सत श्री अकाल जी। ਤੁਹਾਡਾ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਅਨਟੋਲਡ ਪੰਜਾਬ ਉੱਤੇ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੀਵਨ ਬਾਰੇ। ਰਵਿਦਾਸ ਜੀ ਨੇ ਆਪਣੇ ਜੀਵਨ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ, ਕਿਹੜੀਆਂ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ ਅਤੇ ਕਿਹੜੀਆਂ ਸਿੱਖਿਆਵਾਂ ਦੁਨੀਆ ਨੂੰ ਦੇ ਕੇ ਗਏ ਨੇ, ਉਹਨਾਂ ਸਾਰਿਆਂ ਬਾਰੇ ਗੱਲ ਕਰਾਂਗੇ ਅਸੀਂ ਆਪਣੀ ਅੱਜ ਦੀ ਵੀਡੀਓ ਵਿੱਚ। ਰਵਿਦਾਸ ਜੀ ਦਾ ਜਨਮ ਉਸ ਸਮੇਂ ਵਿੱਚ ਹੋਇਆ ਜਦੋਂ ਸਮਾਜ ਵਿੱਚ ਊਚ ਨੀਚ ਤੇ ਜਾਤ-ਪਾਤ ਨੂੰ ਲੈ ਕੇ ਭੇਦਭਾਵ ਆਪਣੇ ਚਰਮ ਤੇ ਸੀ। ਗੁਰੂ ਸਾਹਿਬ ਜੀ ਦੀ ਜਨਮ ਤਿਥੀ ਨੂੰ ਲੈ ਕੇ ਕੋਈ ਪ੍ਰਤੱਖ ਪ੍ਰਮਾਣਤਾ ਨਹੀਂ ਹੈ, ਲੇਕਿਨ ਜ਼ਿਆਦਾਤਰ ਵਿਦਵਾਨਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਦਾ ਜਨਮ 14ਵੀਂ ਸ਼ਤਾਬਦੀ ਦੇ ਆਖਰੀ ਦਸ਼ਕ ਵਿੱਚ ਪਿਤਾ ਸੰਤੋਖ ਦਾਸ ਅਤੇ ਮਾਤਾ ਕਲਸਾ ਦੇਵੀ ਜੀ ਦੀ ਕੁੱਖੋਂ ਹੋਇਆ। ਵਿਦਵਾਨਾਂ ਦੇ ਅਨੁਸਾਰ ਗੁਰੂ ਸਾਹਿਬ ਦਾ ਜਨਮ ਵਾਰਾਣਸੀ ਦੇ ਇੱਕ ਨਜ਼ਦੀਕੀ ਪਿੰਡ ਗੋਵਰਧਨਪੁਰ ਵਿੱਚ ਹੋਇਆ। ਗੁਰੂ ਰਵਿਦਾਸ ਜੀ ਦਾ ਪਰਿਵਾਰਕ ਕੰਮ ਚਮੜੇ ਦੇ ਜੁੱਤੇ ਬਣਾਉਣ ਦਾ ਸੀ ਅਤੇ ਬਾਅਦ ਵਿੱਚ ਆਪਣੀ ਆਜੀਵਿਕਾ ਨੂੰ ਚਲਾਉਣ ਲਈ ਗੁਰੂ ਸਾਹਿਬ ਨੂੰ ਵੀ ਇਹੀ ਕੰਮ ਕਰਨਾ ਪਿਆ। ਗੁਰੂ ਸਾਹਿਬ ਆਪਣੇ ਦਰ ਤੇ ਆਏ ਕਿਸੇ ਵੀ ਸਾਧੂ ਫਕੀਰ ਕੋਲ ਕਦੇ ਵੀ ਕੋਈ ਪੈਸਾ ਨਹੀਂ ਲੈਂਦੇ ਅਤੇ ਆਪਣੇ ਹੱਥਾਂ ਨਾਲ ਬਣਾਏ ਹੋਏ ਜੁੱਤੇ ਉਹਨਾਂ ਦੇ ਪੈਰੀ ਪਹਿਨਾਉਂਦੇ। ਗੁਰੂ ਸਾਹਿਬ ਦੇ ਸੁਭਾਅ ਤੋਂ ਉਹਨਾਂ ਦੇ ਪਿਤਾ ਜੀ ਬਹੁਤ ਦੁਖੀ ਸਨ, ਕਿਉਂਕਿ ਇਸ ਦੇ ਚੱਲਦਿਆਂ ਉਹਨਾਂ ਨੂੰ ਆਪਣਾ ਘਰ ਦਾ ਖਰਚ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਇਸ ਲਈ ਗੁਰੂ ਸਾਹਿਬ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਘਰ ਤੋਂ ਅਲੱਗ ਰਹਿਣ ਲਈ ਇੱਕ ਜ਼ਮੀਨ ਦੇ ਦਿੱਤੀ ਅਤੇ ਜ਼ਮੀਨ ਦੇ ਉਸ ਛੋਟੇ ਜਿਹੇ ਟੁਕੜੇ ਵਿੱਚ ਰਵਿਦਾਸ ਜੀ ਨੇ ਆਪਣੀ ਕੁਟੀਆ ਬਣਾਈ। ਜੁੱਤੇ ਬਣਾ ਕੇ ਜੋ ਵੀ ਗੁਰੂ ਸਾਹਿਬ ਨੂੰ ਕਮਾਈ ਹੁੰਦੀ, ਉਸ ਤੋਂ ਗੁਰੂ ਸਾਹਿਬ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਅਤੇ ਜੋ ਵੀ ਬਚ ਜਾਂਦਾ ਉਸ ਨਾਲ ਆਪਣਾ ਗੁਜ਼ਾਰਾ ਕਰ ਲੈਂਦੇ ਸਨ। ਗੁਰੂ ਰਵਿਦਾਸ ਜੀ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਮਾਤਾ ਲੋਨਾ ਜੀ ਨਾਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਗੁਰੂ ਸਾਹਿਬ ਨੂੰ ਇੱਕ ਪੁੱਤਰ ਦੀ ਪ੍ਰਾਪਤੀ ਹੋਈ ਜਿਨ੍ਹਾਂ ਦਾ ਨਾਮ ਵਿਜੇ ਦਾਸ ਸੀ। ਇੱਕ ਦਿਨ ਇੱਕ ਬ੍ਰਾਹਮਣ ਗੁਰੂ ਸਾਹਿਬ ਦੇ ਕੋਲ ਆਇਆ ਅਤੇ ਉਸਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੈਂ ਗੰਗਾ ਨਹਾਉਣ ਜਾਣਾ ਹੈ, ਇਸ ਲਈ ਮੈਨੂੰ ਜੁੱਤੇ ਚਾਹੀਦੇ ਨੇ। ਤਾਂ ਗੁਰੂ ਸਾਹਿਬ ਨੇ ਬਿਨਾਂ ਕੋਈ ਪੈਸਾ ਲਏ ਉਹਨਾਂ ਨੂੰ ਜੁੱਤੇ ਦੇ ਦਿੱਤੇ। ਇਸ ਤੋਂ ਖੁਸ਼ ਹੋ ਕੇ ਉਸ ਪੰਡਤ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਨਾਲ ਗੰਗਾ ਨਹਾਉਣ ਜਾਣ ਲਈ ਕਿਹਾ। ਅੱਗੇ ਰਵਿਦਾਸ ਜੀ ਨੇ ਆਪਣੀ ਜੇਬ ਵਿੱਚੋਂ 4 ਸੁਪਾਰੀਆਂ ਕੱਢਦਿਆਂ ਨੇ ਕਿਹਾ ਕਿ ਪੰਡਿਤ ਜੀ, ਮੇਰੇ ਕੋਲ ਜਾਣ ਦਾ ਸਮਾਂ ਤਾਂ ਨਹੀਂ ਹੈ, ਲੇਕਿਨ ਮਾਂ ਗੰਗਾ ਨੂੰ ਆ 4 ਸੁਪਾਰੀਆਂ ਮੇਰੇ ਵੱਲੋਂ ਭੇਟ ਕਰ ਦਿਓ। ਅਤੇ ਫਿਰ ਇਸ਼ਨਾਨ ਕਰਨ ਤੋਂ ਬਾਅਦ ਪੰਡਿਤ ਜੀ ਨੇ ਆਪਣੀ ਜੇਬ ਵਿੱਚੋਂ ਸੁਪਾਰੀਆਂ ਕੱਢੀਆਂ ਅਤੇ ਮਾਂ ਗੰਗਾ ਨੂੰ ਚੜਾਉਂਦੇ ਹੋਏ ਕਿਹਾ ਕਿ ਮਾਂ ਗੰਗਾ, ਆਹ ਸੁਪਾਰੀਆਂ ਰਵਿਦਾਸ ਨੇ ਤੇਰੇ ਲਈ ਭੇਜੀਆਂ ਨੇ। ਅਤੇ ਫਿਰ ਮਾਂ ਗੰਗਾ ਜੀ ਖੁਦ ਪ੍ਰਗਟ ਹੋਏ ਅਤੇ 4 ਸੁਪਾਰੀਆਂ ਲੈ ਲਈਆਂ ਅਤੇ ਉਹਨਾਂ ਬਦਲੇ ਇੱਕ ਸੋਨੇ ਦਾ ਕੰਗਣ ਪੰਡਿਤ ਜੀ ਦੇ ਹੱਥ ਤੇ ਰੱਖਿਆ ਅਤੇ ਰਵਿਦਾਸ ਜੀ ਨੂੰ ਦੇਣ ਨੂੰ ਕਿਹਾ। ਲੇਕਿਨ ਸੋਨਾ ਦੇਖ ਕੇ ਪੰਡਿਤ ਦੇ ਮਨ ਵਿੱਚ ਲਾਲਚ ਆ ਗਿਆ ਅਤੇ ਉਹ ਕੰਗਣ ਰਵਿਦਾਸ ਜੀ ਨੂੰ ਨਾ ਦਿੰਦੇ ਹੋਏ ਉਸਨੇ ਜਾ ਕੇ ਆਪਣੀ ਘਰਵਾਲੀ ਨੂੰ ਦੇ ਦਿੱਤਾ। ਪੰਡਤ ਦੀ ਘਰਵਾਲੀ ਉਸ ਕੰਗਣ ਨੂੰ ਵੇਚਣ ਲਈ ਜਦ ਸੁਨਿਆਰ ਕੋਲ ਗਈ ਤਾਂ ਉਹ ਸੁਨਿਆਰੇ ਨੇ ਉਹ ਕੰਗਣ ਰਾਜੇ ਨੂੰ ਦਿਖਾਇਆ ਅਤੇ ਉਹ ਕੰਗਣ ਜਦੋਂ ਰਾਣੀ ਨੇ ਦੇਖਿਆ ਤਾਂ ਉਹ ਬਹੁਤ ਖੁਸ਼ ਹੋਈ ਅਤੇ ਉਸਨੇ ਦੂਸਰੇ ਕੰਗਣ ਦੀ ਮੰਗ ਕੀਤੀ। ਉਸ ਦੂਸਰੇ ਕੰਗਣ ਲਈ ਰਾਜੇ ਨੇ ਦਰਬਾਰ ਵਿੱਚ ਪੰਡਤ ਨੂੰ ਬੁਲਾਇਆ ਅਤੇ ਉਸ ਨੂੰ ਦੂਸਰਾ ਕੰਗਣ ਲਿਆਉਣ ਨੂੰ ਕਿਹਾ। ਇਹ ਸੁਣ ਕੇ ਉਹ ਪੰਡਤ ਬਹੁਤ ਜ਼ਿਆਦਾ ਘਬਰਾ ਗਿਆ ਅਤੇ ਘਬਰਾਹਟ ਵਿੱਚ ਸਿੱਧਾ ਹੀ ਰਵਿਦਾਸ ਜੀ ਮਹਾਰਾਜ ਕੋਲ ਗਿਆ ਅਤੇ ਸਾਰੀ ਗੱਲ ਉਹਨਾਂ ਨੂੰ ਦੱਸੀ। ਫਿਰ ਗੁਰੂ ਰਵਿਦਾਸ ਜੀ ਨੇ ਆਪਣੀ ਕਟੌਤੀ ਚੱਕੀ। ਕਟੌਤੀ ਉਹ ਪੱਥਰ ਦਾ ਭਾਂਡਾ ਹੁੰਦਾ ਹੈ ਜਿਸ ਵਿੱਚ ਜਲ ਭਰਿਆ ਜਾਂਦਾ ਹੈ ਅਤੇ ਗੁਰੂ ਸਾਹਿਬ ਕਟੌਤੀ ਦਾ ਇਸਤੇਮਾਲ ਚਮੜੇ ਨੂੰ ਧੋਣ ਲਈ ਕਰਦੇ ਸੀ। ਉਸ ਵਿੱਚ ਗੁਰੂ ਸਾਹਿਬ ਨੇ ਜਲ ਭਰਿਆ ਅਤੇ ਮਾਂ ਗੰਗਾ ਨੂੰ ਯਾਦ ਕੀਤਾ ਤਾਂ ਮਾਂ ਗੰਗਾ ਉਸ ਕਟੌਤੀ ਵਿੱਚ ਹੀ ਪ੍ਰਗਟ ਹੋ ਗਏ ਅਤੇ ਉਹਨਾਂ ਨੇ ਦੂਸਰਾ ਕੰਗਣ ਵੀ ਰਵਿਦਾਸ ਜੀ ਨੂੰ ਦੇ ਦਿੱਤਾ। ਅਤੇ ਇਸ ਗੱਲ ਤੋਂ ਇੱਕ ਕਹਾਵਤ ਵੀ ਮਸ਼ਹੂਰ ਹੋ ਗਈ, ਜਬ ਮਨ ਚੰਗਾ ਤੋ ਕਟੌਤੀ ਮੇਂ ਗੰਗਾ। ਹੁਣ ਅਸੀਂ ਗੱਲ ਕਰਾਂਗੇ ਰਵਿਦਾਸ ਜੀ ਦੀ ਮੁੱਢਲੀ ਸਿੱਖਿਆ ਬਾਰੇ। ਪੰਡਿਤ ਸਰਬਾਨੰਦ ਜੀ, ਜੋ ਕਿ ਉਸ ਸਮੇਂ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਜਾਤ ਪਾਤ ਵਿੱਚ ਯਕੀਨ ਨਹੀਂ ਰੱਖਦੇ ਸਨ ਅਤੇ ਕੁਰੀਤੀਆਂ ਦਾ ਖੰਡਨ ਕਰਦੇ ਸਨ, ਬਚਪਨ ਵਿੱਚ ਸਿੱਖਿਆ ਲੈਣ ਲਈ ਗੁਰੂ ਰਵਿਦਾਸ ਜੀ ਪੰਡਿਤ ਸਰਬਾਨੰਦ ਜੀ ਦੀ ਪਾਠਸ਼ਾਲਾ ਵਿੱਚ ਜਾਂਦੇ ਸਨ। ਲੇਕਿਨ ਉੱਚ ਜਾਤੀ ਵਾਲਿਆਂ ਦਾ ਵਿਰੋਧ ਕਰਨ ਤੇ ਉਹਨਾਂ ਦਾ ਜਾਣਾ ਬੰਦ ਕਰ ਦਿੱਤਾ ਗਿਆ। ਲੇਕਿਨ ਪੰਡਿਤ ਸਰਬਾਨੰਦ ਜੀ ਨੂੰ ਗਿਆਨ ਹੋ ਗਿਆ ਸੀ ਕਿ ਰਵਿਦਾਸ ਕੋਈ ਆਮ ਬਾਲਕ ਨਹੀਂ ਹੈ, ਵੱਡਾ ਹੋ ਕੇ ਇਹ ਬਹੁਤ ਹੀ ਵੱਡੇ ਕਾਰਜਾਂ ਨੂੰ ਸੰਪੰਨ ਕਰੇਗਾ। ਇਸ ਵਜ੍ਹਾ ਕਰਕੇ ਪੰਡਿਤ ਸਰਬਾਨੰਦ ਜੀ ਗੁਰੂ ਰਵਿਦਾਸ ਜੀ ਨੂੰ ਨਿੱਜੀ ਤੌਰ ਤੇ ਸਿੱਖਿਆ ਦਿੰਦੇ ਸਨ। ਸਰਬਾਨੰਦ ਜੀ ਦਾ ਪੁੱਤਰ ਰਵਿਦਾਸ ਜੀ ਦਾ ਬਹੁਤ ਵਧੀਆ ਮਿੱਤਰ ਸੀ ਅਤੇ ਦੋਨੋਂ ਇਕੱਠੇ ਖੇਡਦੇ ਸਨ। ਇੱਕ ਦਿਨ ਗੁਰੂ ਰਵਿਦਾਸ ਜੀ ਪੰਡਿਤ ਸਰਬਾਨੰਦ ਜੀ ਦੇ ਪੁੱਤਰ ਦੀ ਖੇਡਣ ਲਈ ਉਡੀਕ ਕਰ ਰਹੇ ਸਨ। ਜਦੋਂ ਬਹੁਤੀ ਦੇਰ ਤੱਕ ਸਰਬਾਨੰਦ ਜੀ ਦਾ ਪੁੱਤਰ ਨਹੀਂ ਆਇਆ ਤਾਂ ਰਵਿਦਾਸ ਜੀ ਉਹਨਾਂ ਦੇ ਘਰ ਗਏ। ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪੁੱਤਰ ਦਾ ਦੇਹਾਂਤ ਹੋ ਚੁੱਕਾ ਹੈ। ਰਵਿਦਾਸ ਜੀ ਆਪਣੇ ਮਿੱਤਰ ਦੀ ਸ਼ਰੀਰ ਕੋਲ ਗਏ ਅਤੇ ਉਹਨਾਂ ਨੇ ਕਿਹਾ ਕਿ ਮਿੱਤਰ, ਤੇਰਾ ਹਜੇ ਜਾਣ ਦਾ ਸਮਾਂ ਨਹੀਂ ਹੋਇਆ। ਇਹ ਸੁਣਦੇ ਸਾਰ ਹੀ ਸਰਬਾਨੰਦ ਜੀ ਦੇ ਪੁੱਤਰ ਦੀ ਦੇਹ ਵਿੱਚ ਪ੍ਰਾਣ ਆ ਗਏ ਅਤੇ ਉਹ ਉੱਠ ਕੇ ਖੜੇ ਹੋ ਗਏ। ਇਸ ਦ੍ਰਿਸ਼ ਨੂੰ ਦੇਖ ਕੇ ਸਰਬਾਨੰਦ ਜੀ ਦੇ ਨਾਲ ਜਿੰਨੇ ਵੀ ਲੋਕ ਉੱਥੇ ਮੌਜੂਦ ਸਨ ਬਹੁਤ ਜ਼ਿਆਦਾ ਹੈਰਾਨ ਹੋਏ। ਰਵਿਦਾਸ ਜੀ ਨੇ ਸਮਾਜ ਵਿੱਚ ਚੱਲ ਰਹੇ ਊਚ ਨੀਚ ਦੀ ਭਾਵਨਾ, ਜਾਤੀ ਨੂੰ ਲੈ ਕੇ ਭੇਦਭਾਵ ਅਤੇ ਰੱਬ ਦੇ ਨਾਮ ਤੇ ਉਹਨਾਂ ਦੀ ਭਗਤੀ ਨੂੰ ਲੈ ਕੇ ਹੋਣ ਵਾਲੇ ਵਿਵਾਦਾਂ ਨੂੰ ਵਿਅਰਥ ਦੱਸਿਆ। ਇਹਨਾਂ ਸਭ ਚੀਜ਼ਾਂ ਤੋਂ ਉੱਪਰ ਉੱਠ ਕੇ ਮਿਲ ਜੁਲ ਕੇ ਰਹਿਣ ਦੀ ਸਿੱਖਿਆ ਦਿੱਤੀ। ਰਵਿਦਾਸ ਜੀ ਦਾ ਮੰਨਣਾ ਸੀ ਕਿ ਰਾਮ, ਕਰੀਮ, ਕ੍ਰਿਸ਼ਨ ਸਾਰੇ ਇੱਕ ਹੀ
ਹੀ ਰੱਬ ਦੇ ਵੱਖਰੇ ਵੱਖਰੇ ਨਾਮ ਹਨ ਅਤੇ ਵੇਦ, ਕੁਰਾਨ ਆਦਿ ਗ੍ਰੰਥ ਸਭ ਵਿੱਚ ਇੱਕ ਹੀ ਰੱਬ ਦਾ ਜ਼ਿਕਰ ਹੈ ਅਤੇ ਰੱਬ ਦੀ ਭਗਤੀ ਬਹੁਤ ਹੀ ਕਿਸਮਤ ਨਾਲ ਪ੍ਰਾਪਤ ਹੁੰਦੀ ਹੈ। ਉਹਨਾਂ ਦੀ ਬਾਣੀ ਦਾ ਅਸਰ ਲੋਕਾਂ ਦੇ ਇਸ ਕਦਰ ਹੋ ਰਿਹਾ ਸੀ ਕਿ ਸਾਰੇ ਵਰਗਾਂ ਦੇ ਲੋਕ ਉਹਨਾਂ ਕੋਲ ਆਉਣ ਲੱਗ ਪਏ ਸਨ। ਗੁਰੂ ਰਵਿਦਾਸ ਜੀ ਉਹ ਸਾਰੇ ਕੰਮ ਕਰਿਆ ਕਰਦੇ ਸਨ ਜੋ ਕਿ ਉਸ ਵੇਲੇ ਸਮਾਜ ਵੱਲੋਂ ਨੀਵੀਂ ਜਾਤੀਆਂ ਵਾਲਿਆਂ ਨੂੰ ਕਰਨ ਦੇ ਹੱਕ ਨਹੀਂ ਸੀ, ਜਿਵੇਂ ਕਿ ਜਨੇਊ ਧਾਰਨ ਕਰਨਾ, ਤਿਲਕ ਲਗਾਉਣਾ ਅਤੇ ਰੱਬ ਦਾ ਨਾਮ ਜਪਣਾ। ਇਸ ਗੱਲ ਤੋਂ ਬ੍ਰਾਹਮਣ ਬਹੁਤ ਹੀ ਜ਼ਿਆਦਾ ਖਫਾ ਸਨ ਅਤੇ ਉਹਨਾਂ ਨੇ ਰਵਿਦਾਸ ਜੀ ਦੀ ਸ਼ਿਕਾਇਤ ਰਾਜੇ ਕੋਲੋਂ ਕਰ ਦਿੱਤੀ। ਗੁਰੂ ਸਾਹਿਬ ਜਦੋਂ ਰਾਜੇ ਦੇ ਦਰਬਾਰ ਵਿੱਚ ਪੇਸ਼ ਹੋਏ ਤਾਂ ਉਹਨਾਂ ਨੇ ਬੜੇ ਹੀ ਨਿਮਰਤਾ ਸਹਿਤ ਕਿਹਾ ਕਿ ਹੇ ਰਾਜਨ, ਖੂਨ ਇੱਕ ਬ੍ਰਾਹਮਣ ਦਾ ਵੀ ਲਾਲ ਹੈ ਅਤੇ ਇੱਕ ਸ਼ੂਦਰ ਦਾ ਵੀ ਲਾਲ ਹੈ, ਦੋਵਾਂ ਵਿੱਚ ਕੋਈ ਫਰਕ ਨਹੀਂ, ਸਭ ਇੱਕ ਸਮਾਨ ਹਨ। ਪਰਮਾਤਮਾ ਨੂੰ ਪਾਉਣ ਲਈ ਕਿਸੇ ਤਿਲਕ ਜਾਂ ਕਿਸੇ ਜਨੇਊ ਦੀ ਲੋੜ ਨਹੀਂ। ਪਰਮਾਤਮਾ ਦਾ ਵਾਸ ਦੁਨੀਆ ਦੇ ਹਰ ਇੱਕ ਅੰਸ਼ ਵਿੱਚ ਹੈ। ਤੁਸੀਂ ਕਿਸੇ ਵੀ ਅਵਸਥਾ ਵਿੱਚ ਕਿਸੇ ਵੀ ਜਗ੍ਹਾ ਤੇ ਪਰਮਾਤਮਾ ਨੂੰ ਪਾ ਸਕਦੇ ਹੋ। ਇਹ ਕਹਿਣ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੀ ਛਾਤੀ ਚੀਰ ਕੇ ਸੋਨਾ, ਚਾਂਦੀ, ਤਾਂਬਾ ਅਤੇ ਕਪਾਸ 4 ਜਨੇਊ ਕੱਢੇ ਜੋ ਕਿ 4 ਯੁੱਗਾਂ ਨੂੰ ਦਰਸਾਉਂਦੇ ਸਨ। ਇਹ ਦ੍ਰਿਸ਼ ਦੇਖ ਕੇ ਰਾਜਾ ਅਤੇ ਸਾਰੇ ਬ੍ਰਾਹਮਣ ਬਹੁਤ ਜ਼ਿਆਦਾ ਸ਼ਰਮਿੰਦਾ ਹੋਏ ਅਤੇ ਉਹਨਾਂ ਨੇ ਗੁਰੂ ਸਾਹਿਬ ਦੇ ਪੈਰੀ ਪੈ ਕੇ ਉਹਨਾਂ ਤੋਂ ਮਾਫੀ ਮੰਗੀ। ਲੇਕਿਨ ਗੁਰੂ ਸਾਹਿਬ ਨੇ ਉਸ ਦਿਨ ਤੋਂ ਬਾਅਦ ਕਦੀ ਵੀ ਜਨੇਊ ਧਾਰਨ ਨਹੀਂ ਕੀਤਾ। ਇਸ ਤੇ ਕਿਹਾ ਵੀ ਗਿਆ ਹੈ ਕਿ ਭਾਂਡੇ ਰੰਗ ਬਰੰਗੇ ਸਾਜੇ, ਮਿੱਟੀ ਇੱਕੋ ਲਾਈਏ। ਇਸ ਤੋਂ ਭਾਵ ਹੈ ਜਿਵੇਂ ਕਿ ਸਾਡੇ ਘੁਮਿਆਰ ਵੀਰ ਵੱਖਰੇ ਵੱਖਰੇ ਭਾਂਡੇ ਬਣਾਉਂਦੇ ਹਨ ਲੇਕਿਨ ਉਹ ਸਭ ਇੱਕੋ ਮਿੱਟੀ ਤੋਂ ਬਣੇ ਹੁੰਦੇ ਹਨ। ਉਸੇ ਤਰ੍ਹਾਂ ਅਸੀਂ ਸਭ ਦੇਖਣ ਵਿੱਚ ਅਲੱਗ-ਅਲੱਗ ਹਾਂ ਲੇਕਿਨ ਸਾਨੂੰ ਸਭ ਨੂੰ ਇੱਕ ਹੀ ਰੱਬ ਨੇ ਬਣਾਇਆ ਹੈ। ਹੁਣ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਚਿੱਤੌੜ ਦੀ ਰਾਣੀ ਝਾਲੀ ਦੀ, ਜਿਨ੍ਹਾਂ ਨੂੰ ਬਾਅਦ ਵਿੱਚ ਮੀਰਾ ਬਾਈ ਦੇ ਨਾਮ ਨਾਲ ਵੀ ਜਾਣਿਆ ਗਿਆ। ਰਾਣੀ ਝਾਲੀ ਦਾ ਮਨ ਬਹੁਤ ਅਸ਼ਾਂਤ ਰਹਿੰਦਾ ਸੀ। ਇੱਕ ਦਿਨ ਰਾਣੀ ਝਾਲੀ ਰਵਿਦਾਸ ਜੀ ਦੇ ਸਤਸੰਗ ਵਿੱਚ ਗਈ ਅਤੇ ਉਹ ਰਵਿਦਾਸ ਜੀ ਦੇ ਬੋਲਾਂ ਤੋਂ ਇੰਨੀ ਜ਼ਿਆਦਾ ਪ੍ਰਭਾਵਿਤ ਹੋਈ ਕਿ ਉਸਨੇ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰ ਲਿਆ। ਜਦੋਂ ਇਸ ਗੱਲ ਦਾ ਪਤਾ ਉਸ ਰਾਜ ਦੇ ਬ੍ਰਾਹਮਣਾਂ ਨੂੰ ਲੱਗਾ ਤਾਂ ਉਹ ਬਹੁਤ ਹੀ ਜ਼ਿਆਦਾ ਗੁੱਸਾ ਹੋਏ। ਉਹ ਸਭ ਇਕੱਠੇ ਹੋ ਕੇ ਰਾਜੇ ਤੋਂ ਗਏ ਅਤੇ ਰਾਜੇ ਨੂੰ ਕਿਹਾ ਕਿ ਰਾਣੀ ਇੱਕ ਛਤਰੀ ਹੋ ਕੇ ਇੱਕ ਸ਼ੂਦਰ ਨੂੰ ਗੁਰੂ ਧਾਰ ਕੇ ਆਈ ਹੈ। ਰਾਜੇ ਕੋਲ ਇਸ ਗੱਲ ਦਾ ਜਵਾਬ ਨਹੀਂ ਸੀ। ਫਿਰ ਬ੍ਰਾਹਮਣਾਂ ਨੇ ਅੱਗਿਓਂ ਕਿਹਾ ਕਿ ਰਾਜੇ, ਜੇ ਤੂੰ ਆਪਣੀ ਭੁੱਲ ਬਖਸ਼ਾਉਣੀ ਹੈ ਤਾਂ ਤੈਨੂੰ ਇੱਕ ਬਹੁਤ ਵੱਡਾ ਯੱਗ ਕਰਨਾ ਪਵੇਗਾ ਅਤੇ ਰਾਜ ਦੇ ਸਾਰੇ ਬ੍ਰਾਹਮਣਾਂ ਨੂੰ ਦਾਨ ਪੁੰਨ ਕਰਨਾ ਪਵੇਗਾ। ਇਸ ਗੱਲ ਲਈ ਰਾਜਾ ਮੰਨ ਗਿਆ। ਜੱਗ ਦਾ ਦਿਨ ਰੱਖਿਆ ਗਿਆ ਤੇ ਰਾਜ ਦੇ ਸਾਰੇ ਬ੍ਰਾਹਮਣਾਂ ਨੂੰ ਬੁਲਾਇਆ ਗਿਆ। ਅਖੀਰ ਜੱਗ ਹੋ ਗਿਆ ਤੇ ਸਾਰੇ ਭੋਜਨ ਕਰਨ ਲਈ ਪੰਕਤੀਆਂ ਵਿੱਚ ਬੈਠ ਗਏ। ਲੇਕਿਨ ਰਾਣੀ ਨੇ ਇਹ ਕਿਸੇ ਨੂੰ ਨਹੀਂ ਸੀ ਦੱਸਿਆ ਕਿ ਗੁਰੂ ਰਵਿਦਾਸ ਜੀ ਨੂੰ ਵੀ ਇਸ ਜੱਗ ਵਿੱਚ ਬੁਲਾਇਆ ਗਿਆ ਹੈ। ਜਦੋਂ ਰਵਿਦਾਸ ਜੀ ਆ ਕੇ ਪੰਕਤੀ ਵਿੱਚ ਬੈਠ ਗਏ ਤਾਂ ਸਾਰੇ ਬ੍ਰਾਹਮਣ ਉੱਥੇ ਹੀ ਰੁਕ ਗਏ ਅਤੇ ਉਹਨਾਂ ਨੇ ਰਵਿਦਾਸ ਜੀ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਅਸੀਂ ਇੱਕ ਸ਼ੂਦਰ ਨਾਲ ਬੈਠ ਕੇ ਭੋਜਨ ਨਹੀਂ ਛਕ ਸਕਦੇ, ਸਾਡਾ ਧਰਮ ਭ੍ਰਸ਼ਟ ਹੋ ਜਾਵੇਗਾ। ਗੁਰੂ ਰਵਿਦਾਸ ਜੀ ਬਹੁਤ ਹੀ ਜ਼ਿਆਦਾ ਨਿਮਰ ਸਨ। ਇਹ ਸਭ ਸੁਣ ਕੇ ਗੁਰੂ ਸਾਹਿਬ ਖੁਦ ਹੀ ਉੱਥੋਂ ਉੱਠ ਗਏ ਅਤੇ ਫਿਰ ਰਾਣੀ ਝਾਲੀ ਨੇ ਰਵਿਦਾਸ ਜੀ ਨੂੰ ਮਹਿਲ ਦੇ ਅੰਦਰ ਜਾਣ ਦੀ ਬੇਨਤੀ ਕੀਤੀ। ਜਦੋਂ ਹੀ ਰਵਿਦਾਸ ਜੀ ਮਹਿਲ ਦੇ ਅੰਦਰ ਗਏ ਤਾਂ ਬਾਹਰੋਂ ਬਹੁਤ ਜ਼ਿਆਦਾ ਰੌਲੇ ਰੱਪੇ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਬਾਹਰ ਬੈਠੇ ਭੋਜਨ ਕਰ ਰਹੇ ਹਰ ਇੱਕ ਬ੍ਰਾਹਮਣ ਨੂੰ ਕਈ ਸਾਰੇ ਰਵਿਦਾਸ ਆਪਣੇ ਨਾਲ ਬੈਠੇ ਦਿਖ ਰਹੇ ਸਨ। ਇਹ ਸਾਰਾ ਦ੍ਰਿਸ਼ ਦੇਖ ਕੇ ਸਾਰੇ ਬ੍ਰਾਹਮਣ ਬਹੁਤ ਜ਼ਿਆਦਾ ਘਬਰਾ ਗਏ ਅਤੇ ਭੱਜੇ ਰਵਿਦਾਸ ਜੀ ਮਹਾਰਾਜ ਕੋਲ ਗਏ ਅਤੇ ਉਹਨਾਂ ਦੇ ਚਰਨੀ ਪੈ ਕੇ ਉਹਨਾਂ ਕੋਲੋਂ ਮਾਫੀ ਮੰਗੀ ਅਤੇ ਰਵਿਦਾਸ ਜੀ ਮਹਾਰਾਜ ਨੇ ਸਭ ਨੂੰ ਮਾਫ ਕਰ ਦਿੱਤਾ। ਇਸ ਲਈ ਕਿਹਾ ਵੀ ਗਿਆ ਹੈ ਕਿ ਨੀਚੋਂ ਉੱਚ ਕਰੇ ਮੇਰਾ ਗੋਬਿੰਦ। ਉਸ ਪਰਮਾਤਮਾ ਦਾ ਰੁਤਬਾ ਅਜਿਹਾ ਹੈ ਕਿ ਕੱਖਾਂ ਵਿੱਚ ਰੁਲਦਿਆਂ ਨੂੰ ਅਰਸ਼ਾਂ ਤੇ ਪਹੁੰਚਾ ਦਿੰਦਾ ਹੈ ਅਤੇ ਅਰਸ਼ਾਂ ਵਿੱਚ ਘੁੰਮਦਿਆਂ ਨੂੰ ਕੱਖਾਂ ਵਿੱਚ ਰੁਲਾ ਦਿੰਦਾ ਹੈ। ਇਹਨਾਂ ਸਭ ਚੀਜ਼ਾਂ ਦੇ ਚੱਲਦਿਆਂ ਰਵਿਦਾਸ ਜੀ ਕੋਲੋਂ ਬਹੁਤ ਸਾਰੇ ਲੋਕ ਈਰਖਾ ਰੱਖਦੇ ਸਨ ਅਤੇ ਉਹਨਾਂ ਨੂੰ ਬਹੁਤ ਵਾਰ ਮਾਰਨ ਦਾ ਯਤਨ ਵੀ ਕੀਤਾ ਗਿਆ, ਲੇਕਿਨ ਕਦੀ ਕੋਈ ਕਿਸੇ ਦਾ ਯਤਨ ਕਾਮਯਾਬ ਨਹੀਂ ਹੋ ਸਕਿਆ। ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮੂਨ ਬਾਰੇ। ਮੰਨਿਆ ਜਾਂਦਾ ਹੈ ਕਿ ਗੁਰੂ ਰਵਿਦਾਸ ਜੀ ਦੀ ਉਮਰ 120 ਤੋਂ 126 ਸਾਲ ਤੱਕ ਹੋਈ ਹੈ ਅਤੇ 1520 ਈਸਵੀ ਵਿੱਚ ਗੁਰੂ ਸਾਹਿਬ ਜੀ ਨੇ ਆਪਣਾ ਸੰਸਾਰਿਕ ਸਰੀਰ ਤਿਆਗ ਦਿੱਤਾ। ਇਸੇ ਦੇ ਨਾਲ ਹੀ ਅਸੀਂ ਆਪਣੀ ਵੀਡੀਓ ਦਾ ਅੰਤ ਕਰਦੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਬਣਾਉਂਦੇ ਸਮੇਂ ਜੇ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਉਸ ਲਈ ਸਾਨੂੰ ਮਾਫ ਕਰ ਦਿੱਤਾ ਜਾਵੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ। ਦੋਸਤੋ, ਗੁਰੂ ਰਵਿਦਾਸ ਜੀ ਦੀ ਜ਼ਿੰਦਗੀ ਨਾਲ ਜੁੜੀਆਂ ਗਈਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਹਨ ਜਿਨ੍ਹਾਂ ਨੂੰ ਅਸੀਂ ਇੰਨੀ ਛੋਟੀ ਵੀਡੀਓ ਵਿੱਚ ਕਵਰ ਨਹੀਂ ਕਰ ਸਕਦੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇੱਕ ਹੋਰ ਵੀਡੀਓ ਬਣਾਈਏ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਧੰਨਵਾਦ।